ਪੁੱਠੇ ਸਿੱਧੇ ਬਿਆਨ ਦੇ ਕੇ ਯੂਥ ਨੂੰ ਭਟਕਾ ਕੇ ਆਪ ਸਪੀਕਰ ਨੂੰ ਸੀਕ੍ਰੇਟਲੀ ਲਿਖ ਰਹੇ ਨੇ ਕਿ ਜੀ ਮੈਨੂੰ ਲਾਈਵ ਪ੍ਰੋਸੀਡਿੰਗਸ 'ਚ ਤੁਸੀਂ ਸਹੁੰ ਨਾ ਚੁਕਾਇਓ, ਮੈਨੂੰ ਸੀਕ੍ਰੇਟਲੀ ਤੁਸੀਂ ਸਹੁੰ ਚੁਕਾ ਦਿਓ ਆਪਦੇ ਚੈਂਬਰ ਦੇ ਵਿੱਚ, ਨਹੀਂ ਤਾਂ ਮੇਰੀ ਕੌਮ 'ਚ ਮੇਰਾ ਜਲੂਸ ਨਿਕਲ ਜਾਣਾ। ਉਹ ਗਾਂ ਬੀਜੇਪੀ ਵਾਲੇ ਚਲਾਕ ਨੇ, ਉਹਨਾਂ ਨੇ ਫੋਟੋਜ਼ ਰਿਲੀਜ਼ ਕਰਤੀਆਂ ਅੰਦਰ ਕੈਮਰਾਮੈਨ ਭੇਜ ਕੇ। ਅੱਜ ਉੱਥੇ ਬੈਠੇ ਨੈਸ਼ਨਲ ਐਂਥਮ ਗਾ ਰਹੇ ਨੇ, ਸਾਰਿਆਂ ਦੇ ਮੂੰਹ ਬੰਦ ਨੇ। ਸਭ ਤੋਂ ਜ਼ਿਆਦਾ ਜ਼ੂਮ ਕਰਕੇ ਦੇਖੋ ਮਾਨ ਸਾਹਿਬ ਦਾ ਮੂੰਹ ਖੁੱਲ੍ਹਾ। ਇਹ ਮੈਂ ਕਹੂੰਗਾ ਤੁਸੀਂ ਵੀ ਵੀਡੀਓ ਕੱਢ ਲਓ ਕਿ ਗਾ ਰਹੇ ਸੀ ਕਿ ਨਹੀਂ ਗਾ ਰਹੇ ਸੀ। ਅੱਜ ਸਾਰਿਆਂ ਨੇ ਫੋਟੋਜ਼ ਦੇਖੀਆਂ ਹੋਣੀਆਂ, ਆਪਦੀ ਸਾੜੀ ਹਾਰ ਮੈਡਮ ਪ੍ਰਨੀਤ ਕੌਰ ਨਾਲ ਬੈਠੇ ਨੇ, ਗੁਰਜੀਤ ਔਜਲਾ ਬੇਅੰਤ ਬੁੱਚੜ ਦਾ ਪੋਤਾ ਰਵਨੀਤ ਬਿੱਟੂ ਉਹਦੇ ਨਾਲ ਬੈਠੇ ਨੇ, ਤੇ ਅੰਦਰ ਹਾ ਹਾ ਹੀ ਚੱਲ ਰਿਹਾ। ਤੇ ਇਹ ਸੋਚਦੇ ਕਿ ਪੰਜਾਬ ਦੇ ਲੋਕ ਤੇ ਪੰਜਾਬ ਦੇ ਯੂਥ ਜਿਨ੍ਹਾਂ ਨੂੰ ਮੈਂ ਭੜਕਾ ਆਊਂਗਾ ਤੇ ਆਪਦਾ ਫੁੱਟ ਪਾ ਕੇ ਆਪਦਾ ਫਾਇਦਾ ਲੈ ਜਾਊਂਗਾ ਤੇ ਕਿਸੇ ਨੂੰ ਗੱਲ ਨਹੀਂ ਪਤਾ ਚੱਲਣੀ। ਤੁਸੀਂ ਪਿੰਡਾਂ ਵਾਲੇ ਸੰਤਾਂ ਦੇ ਨਾਂ ਤੇ ਵੋਟਾਂ ਲੈ ਕੇ ਪਾਰਲੀਮੈਂਟ 'ਚ ਬੈਠ ਜਾਂਦੇ ਹੋ, ਘੰਟੇ 24 ਨਹੀਂ ਟੱਪਦੇ, ਤੁਸੀਂ ਕਹਿੰਦੇ ਹੋ ਇੰਦਰਾ ਗਾਂਧੀ ਨੂੰ ਸਰੋਪਾ ਸਾਹਿਬ ਪੈਣਾ ਚਾਹੀਦੀ ਸੀ। ਤੁਹਾਡਾ ਮਤਲਬ ਕੀ ਹੈ? ਸਿੱਖ ਯੂਥ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ? ਕਿ ਅਬਦਾਲੀ ਨੂੰ ਸਰੋਪਾ ਪਾਉਂਦੀ ਸਿੱਖ ਕੌਮ, ਕਿ ਮਸੇ ਰੰਗਣ ਨੂੰ ਸਰੋਪਾ ਪਾ ਕੇ ਸ਼ਾਂਤ ਕਰਦੀ? KP ਗਿੱਲ ਹੈ ਜਿਹੜਾ ਬੇਅੰਤ ਬੁੱਚੜ ਹੈ, ਤੇ ਹੁਣ ਜਿਵੇਂ ਮੌਜੂਦਾ ਆਪਣਾ ਕਿਸਾਨ ਮੋਰਚਾ ਦਾ ਸੰਘਰਸ਼ ਲੜ ਕੇ ਆਏ ਹੈ, ਤੇ ਮੌਜੂਦਾ ਸਰਕਾਰਾਂ ਨੂੰ ਆਪਾਂ ਸਰੋਪਾ ਪਾ ਕੇ ਸ਼ਾਂਤ ਕਰਦੇ? ਤੁਸੀਂ ਇੱਕਦਮ ਉੱਥੇ ਜਾ ਕੇ ਦਿੱਲੀ ਦਾ ਪਾਣੀ ਪੀ ਕੇ ਤੁਹਾਨੂੰ ਪਤਾ ਨਹੀਂ ਕੀ ਹੋ ਗਿਆ, ਇੱਕਦਮ ਬੁਖਲਾਹਟ ਜੀ 'ਚ ਆ ਗਏ ਹੋ ਕਿ ਮੇਰਾ ਸਾਂਢੂ 2 ਵਾਰ ਮੁੱਖ ਮੰਤਰੀ ਬਣ ਗਿਆ ਕੈਪਟਨ ਅਮਰਿੰਦਰ, ਮੇਰਾ ਪਤਾ ਨਹੀਂ ਕਿੰਨਾ ਕੁ ਟਾਈਮ ਹੈ, ਮੈਂ ਵੀ ਕੁਛ ਨਾ ਕੁਛ ਬਣ ਜਾ। ਉਹਦੀ ਚਮਚਾ ਮੇਰੀ ਮਾਰ ਲਈ, ਕਦੇ ਉਹਦੀ ਚਮਚਾਗਿਰੀ ਮਾਰ ਲਈ। ਤੁਸੀਂ ਇਹੋ ਜਿਹਾ ਕੰਮ ਨਾ ਕਰੋ। ਤੁਸੀਂ ਸਿੱਖ ਕੌਮ ਤੁਹਾਡੇ ਤੇ ਬਹੁਤ ਕੁਛ ਆਸਾਂ ਨਾਲ ਹੀ ਬੈਠੀ ਹੈ, ਤੁਸੀਂ ਇੰਨਾ ਇੱਕਦਮ ਨਾ ਯੂਟਰਨ ਮਾਰੋ। ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ? ਚਲੋ ਇਸੇ ਤੇ ਆ ਜਾਂਦੇ ਆਪਾਂ। ਤੁਸੀਂ ਨੌਜਵਾਨਾਂ ਨੂੰ ਕਹਿਣਾ ਕਿ ਮੇਰੇ ਮਗਰ ਨਾ ਲੱਗੋ। ਮੈਂ ਨਹੀਂ ਕਹਿੰਦਾ ਮੇਰੇ ਮਗਰ ਲੱਗੋ, ਮੇਰੀ ਗੱਲ 'ਚ ਯਕੀਨ ਕਰੋ। ਆਹ ਤੱਥ ਨੇ, ਗੂਗਲ ਫੋਨ ਸਾਰਿਆਂ ਕੋਲ ਹੈ, ਤੱਥ ਦੇਖੋ ਕੀ ਹੈ, ਸੱਚਾਈ ਕੀ ਹੈ। ਮਾਨ ਸਾਹਿਬ ਨੂੰ ਮੌਕਾ ਆਪਾਂ ਦਿੱਤਾ ਹੈ, ਮਾਨ ਸਾਹਿਬ ਨੂੰ ਫੇਰ ਕਹੋ। ਮੈਂ ਨਹੀਂ ਕਹਿੰਦਾ ਸਿਰੇ ਤੋਂ ਹੀ ਨਕਾਰ ਦਿਓ, ਉਹਨਾਂ ਨੂੰ ਕੋਈ ਬੇਨਤੀ ਕਰੋ ਕਿ ਮਾਨ ਸਾਹਿਬ ਸੁਧਰ ਜਾਓ। ਇੱਕ ਵਾਰ ਤਾਂ ਆਪਾਂ ਨੂੰ ਮੌਕਾ ਫੇਰ ਦੇਣਾ ਚਾਹੀਦਾ ਇਹਨਾਂ ਨੂੰ, ਉਹ ਤੋਂ ਬਾਅਦ ਗਾਂ ਫਿਰ ਹੋਏਗਾ ਸੋ ਜੋ ਕਰੂਗਾ ਖਾਲਸਾ ਪੰਥ ਮੀਆਂ। ਤਾਂ ਪ੍ਰੈਸ ਕਾਨਫਰੰਸ ਕੀਤੀ ਗਈ ਅੱਜ ਗੁਰਜੀਤ ਤਲਵੰਡੀ ਵੱਲੋਂ, ਜਿਸ ਵਿੱਚ ਤਸਵੀਰਾਂ ਦੇ ਨਾਲ ਦਿਖਾਇਆ ਗਿਆ ਕਿ ਮਾਨ ਸਾਹਿਬ ਕਿਉਂ ਸਟੇਟਮੈਂਟ ਬਾਰ-ਬਾਰ ਦੇ ਨੇ। ਇਸ ਤੋਂ ਪਹਿਲਾਂ ਵੀ ਮਾਨ ਸਾਹਿਬ ਨੇ ਜੋ ਸਟੇਟਮੈਂਟ ਦਿੱਤੀਆਂ ਸੀ ਉਹ ਕਿਤੇ ਨਾ ਕਿਤੇ ਜਾ ਕੇ ਸਮੱਸਿਆ ਬਣ ਗਈਆਂ ਸੀ ਉਹਨਾਂ ਦੇ ਸ਼ਬਦਾਂ ਨੂੰ ਲੈ ਕੇ। ਹੁਣ ਤਾਂ MP ਨੇ ਕੋਈ ਵੀ ਸ਼ਬਦ ਕਹਿੰਦੇ ਨੇ ਸਿਮਰਜੀਤ ਮਾਨ ਉਸ ਦੀ ਵੈਲਿਊ ਹੈ ਸ਼ਬਦਾਂ ਦੀ, ਜਦੋਂ ਵੀ ਉਹ ਗੱਲ ਕਰਦੇ ਨੇ। ਗੁਰਜੀਤ ਸਿੰਘ ਤਲਵੰਡੀ ਸਾਡੇ ਨਾਲ ਨੇ। ਤਲਵੰਡੀ ਜੀ, ਬਹੁਤ ਸਵਾਗਤ ਹੈ ਪੰਜਾਬ ਨਿਊਜ਼ ਦਾ। ਧੰਨਵਾਦ ਜੀ, ਬਹੁਤ ਬਹੁਤ। ਪਹਿਲਾਂ ਤਾਂ ਮੇਰਾ ਸਵਾਲ ਇਹ ਹੈ ਕਿ ਆਤੰਕਵਾਦ ਸ਼ਬਦ ਕਹਿਣਾ ਸਹੀ ਸੀ ਭਗਤ ਸਿੰਘ ਵਾਸਤੇ ਜੋ ਸਿਮਰਜੀਤ ਮਾਨ ਨੇ ਕਿਹਾ? ਦੇਖੋ, ਹਰੇਕ ਆਪਦੀ ਵਿਚਾਰਧਾਰਾ, ਹਰੇਕ ਆਪਦਾ ਸਾਧਨ ਤੇ ਹਰੇਕ ਆਪਦੀ ਕਪੈਸਿਟੀ ਦੇ ਹਿਸਾਬ ਨਾਲ ਆਪਦਾ ਸੰਘਰਸ਼ ਕਰਦਾ। ਭਗਤ ਸਿੰਘ ਇੱਕ ਆਈਡਲ ਸੀਗੇ ਪੰਜਾਬ ਯੂਥ ਲਈ। ਉਹ ਕਿਸੇ ਦੇ ਕਹਿਣ ਨਾਲ ਘੱਟ ਜਾਂ ਕਿਸੇ ਦੇ ਕਹਿਣ ਨਾਲ ਵੱਧ ਨਹੀਂ ਜਾਣੇ। ਜੋ ਉਹਨਾਂ ਦਾ ਯੋਗਦਾਨ ਹੈ ਉਹ ਸਦਾ ਟਲ ਰਹਿਣਾ। ਪਰ ਮਾਨ ਸਾਹਿਬ ਜ਼ਰੂਰ ਸਿੱਖ ਕੌਮ ਤੋਂ, ਸਿੱਖ ਯੂਥ ਤੋਂ ਉਹਨਾਂ ਦਾ ਆਈਡਲ ਇੱਕ ਖਿੱਚਣ ਦੀ, ਉਹਨੂੰ ਰਿਪਲੇਸ ਕਰਨ ਦੀ, ਤੇ ਉਹਨੂੰ ਬਿਨਾਂ ਕੋਈ ਗੱਲ ਤੋਂ ਫ੍ਰੀ ਫੰਡ 'ਚ ਦੂਜੇ ਕੌਮਾਂ ਨੂੰ ਗਿਫਟ ਕਰਨ ਦੀ ਕੋਸ਼ਿਸ਼ 'ਚ ਲੱਗੇ ਹੋਏ ਆ। ਕਿਹਦੇ ਪ੍ਰੈਸ਼ਰ ਅੰਡਰ ਇਹ ਜਿਹੇ ਬਿਆਨ ਦੇ ਰਹੇ ਆ ਕਿ ਸਿੱਖ ਕੌਮ ਦਾ ਉਹ ਚਾਹੁੰਦੇ ਕੋਈ ਆਈਡਲ ਹੀ ਨਾ ਰਵੇ, ਕਿ ਸਿੱਖ ਯੂਥ ਦਾ ਕੋਈ ਆਈਡਲ ਹੀ ਨਾ ਰਵੇ। ਸਭ ਤੋਂ ਅਹਿਮ ਸਵਾਲ ਹੈ ਜੋ ਸਿਮਰਜੀਤ ਮਾਨ ਖਾਲਿਸਤਾਨ ਦੀ ਗੱਲ ਕਰਦੇ ਨੇ, ਜੇ ਸਿਮਰਜੀਤ ਮਾਨ ਖਾਲਿਸਤਾਨ ਦੀ ਗੱਲ ਕਰਦੇ ਨੇ ਉਸੇ ਸੰਵਿਧਾਨ ਦੇ ਹੇਠਾਂ ਸਹੁੰ ਚੁੱਕਦੇ ਨੇ, ਕਿ ਦੋ ਗੱਲਾਂ ਨਾਲ ਚੱਲ ਸਕਦੀਆਂ ਨੇ? ਇਸੇ ਕਰਕੇ ਅੱਜ ਅਸੀਂ ਪ੍ਰੈਸ ਕਾਨਫਰੰਸ ਕੀਤੀ ਹੈ ਕਿ ਸਰਦਾਰ ਸਿਮਰਜੀਤ ਸਿੰਘ ਮਾਨ ਹੈ ਕੌਣ ਹੈ। ਸਰਦਾਰ ਸਿਮਰਜੀਤ ਸਿੰਘ ਮਾਨ ਉਹ ਸ਼ਖਸੀਅਤ ਹੈ ਜੋ ਸ੍ਰੀ ਸਾਹਿਬ ਅੰਦਰ ਨਾ ਲੈ ਕੇ ਜਾਣ ਕਰਕੇ ਰੋਸ 'ਚ ਪਾਰਲੀਮੈਂਟ ਤੋਂ ਬਾਹਰ ਬੈਠੇ ਸਿੱਖ ਕੌਮ ਨੇ ਇਹਨਾਂ ਨੂੰ ਪਲਕਾਂ 'ਤੇ ਬਿਠਾਇਆ। ਮਾਨ ਸਾਹਿਬ ਨੂੰ ਜਿੰਨੇ NRI ਸਿੱਖ ਪਰਿਵਾਰ ਨੇ ਆਪਣੇ ਦਸਵੰਧ ਵਜੋਂ ਆਪਣੇ ਪੈਸੇ ਭੇਜਦੇ ਗਏ, ਹੁਣ ਤੱਕ ਪਲਕਾਂ 'ਤੇ ਬਿਠਾ ਕੇ ਇੰਨਾ ਸਤਿਕਾਰ ਸੀ ਕਿ ਮਾਨ ਸਾਹਿਬ ਉਹ ਨੇ ਕਿ ਜਿਹੜੇ ਪਾਵਰ ਦੇ ਲਾਲਚ ਆ ਕੇ ਬਿਲਕੁਲ ਬਜ਼ੁਰਗ ਹੋ ਕੇ ਕਿ ਹੁਣ ਮੈਂ ਕਿਸੇ ਬਸ ਲੋਟ ਪਾਵਰ ਆ ਜੇ ਮੇਰੇ ਕੋਲ, ਪੁੱਠੇ ਸਿੱਧੇ ਬਿਆਨ ਦੇ ਕੇ ਯੂਥ ਨੂੰ ਭਟਕਾ ਕੇ ਆਪ ਸਪੀਕਰ ਨੂੰ ਸੀਕ੍ਰੇਟਲੀ ਲਿਖ ਰਹੇ ਨੇ ਕਿ ਜੀ ਮੈਨੂੰ ਲਾਈਵ ਪ੍ਰੋਸੀਡਿੰਗਸ 'ਚ ਤੁਸੀਂ ਸਹੁੰ ਨਾ ਚੁਕਾਇਓ, ਮੈਨੂੰ ਸੀਕ੍ਰੇਟਲੀ ਤੁਸੀਂ ਸਹੁੰ ਚੁਕਾ ਦਿਓ ਆਪਦੇ ਚੈਂਬਰ ਦੇ ਵਿੱਚ, ਨਹੀਂ ਤਾਂ ਮੇਰੀ ਕੌਮ 'ਚ ਮੇਰਾ ਜਲੂਸ ਨਿਕਲ ਜਾਣਾ। ਉਹ ਗਾਂ ਬੀਜੇਪੀ ਵਾਲੇ ਚਲਾਕ ਨੇ, ਉਹਨਾਂ ਨੇ ਫੋਟੋਜ਼ ਰਿਲੀਜ਼ ਕਰਤੀਆਂ ਅੰਦਰ ਕੈਮਰਾਮੈਨ ਭੇਜ ਕੇ। ਹੁਣ ਆਹ ਤੁਸੀਂ ਦੇਖੋ, ਅੱਜ ਉੱਥੇ ਬੈਠੇ ਨੈਸ਼ਨਲ ਐਂਥਮ ਗਾ ਰਹੇ ਨੇ, ਸਾਰਿਆਂ ਦੇ ਮੂੰਹ ਬੰਦ ਨੇ। ਸਭ ਤੋਂ ਜ਼ਿਆਦਾ ਜ਼ੂਮ ਕਰਕੇ ਦੇਖੋ ਮਾਨ ਸਾਹਿਬ ਦਾ ਮੂੰਹ ਖੁੱਲ੍ਹਾ। ਇਹ ਮੈਂ ਕਹੂੰਗਾ ਤੁਸੀਂ ਵੀ ਵੀਡੀਓ ਕੱਢ ਲਓ ਕਿ ਗਾ ਰਹੇ ਸੀ ਕਿ ਨਹੀਂ ਗਾ ਰਹੇ ਸੀ। ਤੀਜਾ, ਅੱਜ ਸਾਰਿਆਂ ਨੇ ਫੋਟੋਜ਼ ਦੇਖੀਆਂ ਹੋਣੀਆਂ, ਆਪਦੀ ਸਾੜੀ ਹਾਰ ਮੈਡਮ ਪ੍ਰਨੀਤ ਕੌਰ ਨਾਲ ਬੈਠੇ ਨੇ, ਗੁਰਜੀਤ ਔਜਲਾ ਬੇਅੰਤ ਬੁੱਚੜ ਦਾ ਪੋਤਾ ਰਵਨੀਤ ਬਿੱਟੂ ਉਹਦੇ ਨਾਲ ਬੈਠੇ ਨੇ,
ਤੇ ਅੰਦਰ ਹਾ ਹਾ ਹੀ ਚੱਲ ਰਿਹਾ ਹੈ। ਤੇ ਇਹ ਸੋਚਦੇ ਕਿ ਪੰਜਾਬ ਦੇ ਲੋਕ ਤੇ ਪੰਜਾਬ ਦੇ ਯੂਥ ਜਿਨ੍ਹਾਂ ਨੂੰ ਮੈਂ ਭੜਕਾਇਆ ਆਊਂਗਾ ਤੇ ਆਪਦਾ ਫੁੱਟ ਪਾ ਕੇ ਆਪਦਾ ਫਾਇਦਾ ਲੈ ਜਾਊਂਗਾ ਤੇ ਕਿਸੇ ਨੂੰ ਗੱਲ ਨਹੀਂ ਪਤਾ ਚੱਲਣੀ। ਇਹ ਮਾਨ ਸਾਹਿਬ ਦੀ ਕਿਹੜੀ ਸ਼ਖਸੀਅਤ ਹੈ? ਇੱਕ ਪਾਸੇ ਮਾਨ ਸਾਹਿਬ ਭਿੰਡਰਾਂ ਵਾਲੇ ਸੰਤਾਂ ਤੇ 20ਵੀਂ ਸਦੀ ਦੇ ਮਹਾਨ ਸ਼ਹੀਦ ਜਿਨ੍ਹਾਂ ਦੀ ਬਰਾਬਰੀ ਕੋਈ ਆਈਡਲ ਯੂਥ ਦਾ ਕੋਈ ਹੋਰ ਬੰਦਾ ਨਹੀਂ ਕਰ ਸਕਦਾ। ਐਡੇ ਕਥਕਾਠ ਵਾਲੇ ਸਿਰ ਕੱਢ ਆਗੂ ਸਿੱਖ ਪੰਥ ਦੇ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਖਾਲਸਾ, ਦਮਦਮੀ ਟਕਸਾਲ ਦੇ ਮੁਖੀ, ਉਹਨਾਂ ਦੀ ਕੁਰਬਾਨੀ ਨੂੰ, ਉਹਨਾਂ ਦੀ ਸ਼ਹਾਦਤ ਨੂੰ ਹੀ ਇਹਨਾਂ ਨੇ ਕੁਐਸਚਨ ਮਾਰਕ ਲਾਤਾ ਕਿ ਇੰਦਰਾ ਗਾਂਧੀ ਨੂੰ ਸਰੂਪਾ ਪਾ ਕੇ ਮੌਜੂਦਾ ਉਦੋਂ ਦੀ ਅਕਾਲੀ ਜਿਹੜੀ ਪਾਰਟੀ ਸੀ ਸਾਰੇ ਲੀਡਰ ਇੰਦਰਾ ਗਾਂਧੀ ਨੂੰ ਸਰੂਪਾ ਪਾ ਕੇ ਠੰਡਾ ਕਰ ਲੈਂਦੇ ਤੇ ਉਹ ਕੁਝ ਨਹੀਂ ਸੀ ਵਾਪਰਨਾ। ਕਿ ਭਿੰਡਰਾਂ ਵਾਲੇ ਸੰਤਾਂ ਨੂੰ ਇਹ ਗੱਲ ਨਹੀਂ ਹੋਣੀ ਪੌੜੀ? ਇਹ ਸਰੂਪਾ ਸਾਹਿਬ ਦਾ ਕੱਦ ਥੱਲੇ ਕਰਤਾ ਇਹਨਾਂ ਨੇ, ਇੰਦਰਾ ਗਾਂਧੀ ਵਰਗੇ ਨੂੰ ਸਰੂਪੇ ਪੈਣਗੇ। ਹੁਣ ਤੁਸੀਂ ਭਿੰਡਰਾਂ ਵਾਲੇ ਸੰਤਾਂ ਦੇ ਨਾਂ ਤੇ ਵੋਟਾਂ ਲੈ ਕੇ ਪਾਰਲੀਮੈਂਟ 'ਚ ਬੈਠ ਜਾਂਦੇ ਹੋ, ਘੰਟੇ 24 ਨਹੀਂ ਟੱਪਦੇ ਤੁਸੀਂ ਕਹਿੰਦੇ ਹੋ ਇੰਦਰਾ ਗਾਂਧੀ ਨੂੰ ਸਰੂਪਾ ਸਾਹਿਬ ਪੈਣਾ ਚਾਹੀਦੀ ਸੀ। ਤੁਹਾਡਾ ਮਤਲਬ ਕੀ ਹੈ? ਸਿੱਖ ਯੂਥ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ? ਕਿ ਅਬਦਾਲੀ ਨੂੰ ਸਰੂਪਾ ਪਾਉਂਦੀ ਸਿੱਖ ਕੌਮ, ਕਿ ਮਸੇ ਰੰਗਣ ਨੂੰ ਸਰੂਪਾ ਪਾ ਕੇ ਸ਼ਾਂਤ ਕਰਦੀ? KP ਗਿੱਲ ਹੈ ਜਿਹੜਾ ਬੇਅੰਤ ਬੁੱਚੜ ਹੈ ਤੇ ਹੁਣ ਜਿਵੇਂ ਮੌਜੂਦਾ ਆਪਣਾ ਕਿਸਾਨ ਮੋਰਚਾ ਦਾ ਸੰਘਰਸ਼ ਲੜ ਕੇ ਆਏ ਹੈ ਤੇ ਮੌਜੂਦਾ ਸਰਕਾਰਾਂ ਨੂੰ ਆਪਾਂ ਸਰੂਪਾ ਪਾ ਕੇ ਸ਼ਾਂਤ ਕਰਦੇ? ਇਹ ਕਿਸ ਤਰ੍ਹਾਂ ਦਾ ਸੰਕੇਤ ਦੇ ਰਹੇ ਨੇ? ਉਹ ਵੀ ਸਵਾਲ ਹੈ, ਜਦੋਂ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਉੱਤੇ ਹਮਲਾ ਕਰਨ ਵਾਸਤੇ ਫੌਜੀ ਭੇਜੇ ਸੀ ਤਾਂ ਕੀ ਕਿਹਾ ਸੀ ਅੰਦਰ ਜਾ ਕੇ ਵੀ ਕੌਣ ਲੁਕੇ ਹੋਏ ਨੇ? ਆਤੰਕਵਾਦ। ਹੁਣ ਸਿਮਰਨਜੀਤ ਮਾਨ ਕਹਿੰਦੇ ਨੇ ਕਿ ਉਸ ਸਮੇਂ ਬ੍ਰਿਟਿਸ਼ ਗਵਰਨਮੈਂਟ ਨੇ ਕਿਹਾ ਸੀ ਕਿ ਭਗਤ ਸਿੰਘ ਆਤੰਕਵਾਦੀ ਸੀ। ਜੇ ਇੰਦਰਾ ਗਾਂਧੀ ਸੰਤ ਜਰਨੈਲ ਸਿੰਘ ਭਿੰਡਰਾਂ ਨੂੰ ਆਤੰਕਵਾਦੀ ਕਹਿੰਦੇ ਨੇ, ਉਹ ਵੀ ਸਰਕਾਰ ਨੇ ਕਿਹਾ ਸੀ, ਇਹ ਵੀ ਸਰਕਾਰ ਨੇ ਕਿਹਾ ਸੀ, ਫਿਰ ਦੋਨਾਂ ਦੀ ਤੁਲਨਾ ਕਿੱਥੇ ਕਰਨੇ ਹੋ? ਦੇਖੋ ਗੱਲਾਂ ਬਹੁਤ ਨੇ, ਜਿਵੇਂ ਤੁਸੀਂ ਆਹ ਗੱਲ ਕੀਤੀ ਬਹੁਤ ਸਵਾਲ ਨੇ, ਪਰ ਮੈਂ ਇੱਕ ਚੀਜ਼ ਤੋਂ ਗੁਰੇਜ਼ ਕਰਦਾ। ਬਜ਼ੁਰਗ ਨੇਤਾ ਨੇ, ਇਹਨਾਂ ਦੀ ਛਵੀ ਤੇ ਮੈਂ ਕੋਈ ਪਰਸਨਲ ਕਮੈਂਟ ਕਰਾਂ ਉਹ ਮੈਨੂੰ ਜਾਇਜ਼ ਨਹੀਂ ਲੱਗਦਾ। ਪਰ ਇਹ ਸਵਾਲ ਸਾਰਾ ਯੂਥ ਅੱਜ ਦਾ ਪੰਜਾਬ ਦਾ ਬਹੁਤ ਸਿਆਣਾ, ਜਿਵੇਂ ਤੁਸੀਂ ਇਹ ਗੱਲ ਫੜੀ ਹੈ ਉਹਨਾਂ ਨੇ ਇਹ 'ਚੋਂ ਕਈ ਗੱਲਾਂ ਕੱਢਣੀਆਂ ਹੋਣ, ਪਰ ਮੈਂ ਮਾਨ ਸਾਹਿਬ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿਉਂਕਿ ਮੈਨੂੰ ਪਰਸਨਲੀ ਉਹਨਾਂ ਨੇ ਸਾਡੇ ਪਰਿਵਾਰ ਦਾ ਨਾਂ ਲਿਆ, ਅਕਾਲੀ ਲੀਡਰਸ਼ਿਪ ਦਾ ਨਾਂ ਲਿਆ, ਭਿੰਡਰਾਂ ਵਾਲੇ ਸੰਤਾਂ ਦਾ ਨਾਮ ਲਿਆ। ਅਸੀਂ ਦਮਦਮੀ ਟਕਸਾਲ ਤੋਂ ਵਰਸਾਏ ਪਰਿਵਾਰ ਹਾਂ, ਅਸੀਂ ਟਕਸਾਲੀ ਪਰਿਵਾਰ ਹਾਂ। ਇਸ ਕਰਕੇ ਮੈਂ ਇਹਨਾਂ ਨੂੰ ਪੁੱਛਿਆ ਅੱਜ ਕਿ ਤੁਸੀਂ ਮਾਨ ਸਾਹਿਬ ਜਾਂ ਤਾਂ ਉਦੋਂ ਸਹੀ ਸੀ ਜਦੋਂ ਸਾਡੇ ਨਾਲ ਸੀਗੇ, ਜਾਂ ਹੁਣ ਤੁਸੀਂ ਇੱਕਦਮ ਯੂਟਰਨ ਮਾਰ ਕੇ ਕਾਂਗਰਸ ਦੀ ਝੋਲੀ ਜਾ ਕੇ ਬਹਿ ਕੇ ਤੁਹਾਨੂੰ ਹੁਣ ਸਹੀ ਹੈ? ਤੁਸੀਂ ਯੂਥ ਨੂੰ ਕਿਸ ਤਰੀਕੇ ਦਾ ਤੁਸੀਂ ਰੋਲ ਮਾਡਲ ਪੇਸ਼ ਕਰਕੇ ਦੇ ਰਹੇ ਹੋ? ਚਲੋ ਅੱਜ ਦੀ ਆਪਾਂ ਗੱਲ ਕਰ ਲਈਏ 2022 ਦੇ ਵਿੱਚ ਜੋ ਸਰਕਾਰ ਦਾ ਹਵਾਲਾ ਦੇ ਰਹੇ ਬ੍ਰਿਟਿਸ਼ ਗਵਰਨਮੈਂਟ ਨੇ ਕਿਹਾ ਸੀ ਆਤੰਕਵਾਦੀ ਭਗਤ ਸਿੰਘ ਨੂੰ, ਕਿ ਅੱਜ ਕਿਸ ਨੂੰ ਆਤੰਕਵਾਦੀ ਕਹਿ ਦਿੰਦਾ ਕਿ ਆਪਾਂ ਮੰਨਾਂਗੇ? ਇਹ ਦੇਖੋ ਕਿਸੇ ਦੇ ਕਹਿਣ ਨਾਲ ਮੰਨਣ ਬਣਾਉਣ ਜਾਂ ਮੈਂ ਸਰਕਾਰ ਦੀ ਗੱਲ ਕਰ ਨਹੀਂ, ਮੈਂ ਤੁਹਾਡੀ ਗੱਲ ਫੋਲੋ ਕਰ ਗਿਆ, ਪਰ ਇਹ ਕਿਸੇ ਦੇ ਕਹਿਣ ਕਰਾਉਣ ਨਾਲ ਕੋਈ ਐ ਟਾਈਟਲ ਦੇ ਨਾਲ ਕੋਈ ਆਤੰਕਵਾਦੀ ਬਣਨ ਮੁੜ ਨਹੀਂ ਜਾਂਦਾ। ਪੰਜਾਬ ਦੀ ਜਨਤਾ ਸਭ ਜਾਣਦੀ ਹੈ ਕੌਣ ਕਿੰਨੇ ਕੁ ਜੋਗਾ ਹੈ, ਕਿਹਦੇ ਪੱਲੇ ਕੀ ਹੈ, ਕਿਹਦੀ ਸੋਚ ਕੀ ਹੈ, ਕਿਹਦਾ ਪਿਛੋਕੜ ਕੀ ਹੈ ਤੇ ਕਿਹਦੇ ਮਨਸਾ ਕੀ ਹੈ। ਉਹ ਕਈ ਵਾਰ ਮਜਬੂਰੀ 'ਚ ਕੋਈ ਫੈਸਲੇ ਲੈਣੇ ਪੈ ਜਾਂਦੇ ਨੇ ਜਦੋਂ ਆਲੇ ਦੁਆਲੇ ਹੋਰ ਕੁਛ ਨਾ ਦਿਖੇ, ਪਰ ਇਹਦੀ ਕਰੈਕਸ਼ਨ ਵੀ ਛੇਤੀ ਹੋ ਜਾਣੀ ਹੈ। ਇਹ MP 5 ਸਾਲ ਨਹੀਂ, ਮਾਨ ਸਾਹਿਬ ਤੁਸੀਂ 1 ਸਾਲ ਹੀ ਬਣੇ ਹੋ, ਬਸ ਇੱਥੇ ਇੱਕ ਗੱਲ ਮੁਕਾਓ। ਹੁਣ ਇੱਕ ਅਹਿਮ ਸਵਾਲ ਹੈ, ਜੋ ਉਹਨਾਂ ਨੇ ਨਾਨਾ ਜੀ ਦੀ ਗੱਲ ਕਰੀ, ਜੋ ਜਨਰਲ ਸਰੂਪਾ ਪਾਇਆ ਗਿਆ ਸੀ, ਉਸ ਉੱਪਰ ਵੀ ਉਹਨਾਂ ਨੇ ਟਿੱਪਣੀ ਕੀਤੀ ਹੈ ਵੀ ਬਿਲਕੁਲ ਸਹੀ ਪਾਇਆ ਸੀ। ਫਿਰ ਜੋ ਕਿਤਾਬਾਂ 'ਚ ਪੜ੍ਹਾਇਆ ਜਾ ਰਿਹਾ ਹੁਣ ਉਸ ਨੂੰ ਫਿਰ ਕਿੱਦਾਂ ਬੱਚਿਆਂ ਅੱਗੇ ਡਿਫਾਈਨ ਕਰੋਗੇ? ਬੱਚਿਆਂ ਨੂੰ ਕੀ ਪੜ੍ਹਾਓਗੇ ਅੱਗੇ ਜਾ ਕੇ? ਨਹੀਂ, ਇਕੱਲੇ ਗੱਲ ਬੱਚਿਆਂ ਨੂੰ ਪੜ੍ਹਾਉਂਦੀ ਨਹੀਂ ਹੈ, ਗੱਲ ਤਾਂ ਹੈ ਕਿ ਸਾਰੇ ਸਿੱਖ ਇਤਿਹਾਸ ਦੇ ਕੁਐਸਚਨ ਮਾਰਕ ਲਾਤੇ ਇਹਨਾਂ ਨੇ। ਇਹ ਕਹਿੰਦੇ ਆ ਕਿ ਭਾਈ ਅਰੂਰ ਸਿੰਘ ਜੋ ਇਹਨਾਂ ਦੇ ਨਾਨਾ ਜੀ ਸੀ, ਇਹਨਾਂ ਨੇ ਖੁਦ ਯਾਰ, ਇਕੱਲਾ ਮੈਂ ਨਹੀਂ ਕਹਿ ਰਿਹਾ, ਇਹਨਾਂ ਨੇ ਖੁਦ ਮਾਫੀ ਮੰਗੀ ਜਾ ਕੇ ਉੱਥੇ ਅਕਾਲ ਤਖਤ ਸਾਹਿਬ ਤੇ ਜਾ ਕੇ ਮਾਫੀ ਮੰਗੀ ਹੈ। ਮੈਂ ਤੁਹਾਨੂੰ ਡੇਟ ਦੱਸ ਦਿੰਦਾ, 30 ਮਾਰਚ 2002 ਉੱਥੇ ਪੇਸ਼ ਹੋਏ ਹੈ। ਅਖਬਾਰਾਂ 'ਚ ਕਟਿੰਗਸ ਅਵੇਲੇਬਲ ਨੇ, ਟਾਈਮਜ਼ ਆਫ ਇੰਡੀਆ, ਅਜੀਤ, ਟ੍ਰਿਬਿਊਨ, ਸਾਰਿਆਂ ਦੀ ਇੱਕ ਫਰੰਟ ਪੇਜ ਦੀ ਖਬਰ ਹੈ। ਇਹਨਾਂ ਨੇ ਕਿਹਾ ਕਿ ਭਾਈ ਅਰੂਰ ਸਿੰਘ ਮੇਰੇ ਨਾਨਾ ਜੀ ਦੀ ਆਤਮਾ ਨੂੰ ਸ਼ਾਂਤੀ ਮਿਲੂਗੀ ਜੇ ਸਿੱਖ ਕੌਮ ਤੇ ਅਕਾਲ ਤਖਤ ਉਹਨਾਂ ਨੂੰ ਮਾਫ ਕਰ ਦੇ। ਉਹ ਗਦਾਰ ਵਾਲਾ ਕੰਮ ਕੀਤਾ ਉਹਨਾਂ ਨੇ, ਡਾਇਰ ਨੂੰ ਸਰੂਪਾ ਦੇ ਕੇ, ਤੇ ਅੱਜ ਕਹਿ ਰਹੇ ਉਹਨਾਂ ਨੇ ਤਾਂ ਸਰੂਪਾ ਹੀ ਬੜਾ ਵਧੀਆ ਪਾਇਆ ਤੇ ਸਾਰਿਆਂ ਨੂੰ ਉਹਨਾਂ ਤੋਂ ਸਬਕ ਲੈਣਾ ਚਾਹੀਦਾ ਤੇ ਸਾਰਿਆਂ ਨੂੰ ਸਰੂਪਾ ਪਾ ਕੇ ਕੰਮ ਸਾਰ ਦਿਓ, ਕਦੇ ਜੰਗ ਜਾਇਓ ਕਰੋ ਹੀ ਨਾ। ਸਾਨੂੰ ਗੁਰੂ ਸਾਹਿਬ ਨੇ ਲੜਾਇਆ, ਸਾਨੂੰ ਗੁਰੂ ਸਾਹਿਬ ਨੇ ਸਿਖਾਇਆ, ਸਾਨੂੰ ਇਹ ਸਿਖਾਇਆ ਕਿ ਜ਼ਬਰ ਸਹਿਣਾ ਪਾਪ ਹੈ ਤੇ ਜ਼ਬਰ ਜੁਨਾ ਕਰਨਾ ਪਾਪ ਹੈ। ਆਪਾਂ ਗੈਰਤ ਵਾਲੀ ਕੌਮ ਹੈ, ਆਪਾਂ ਆਪਣਾ ਹੱਕ ਲੈਣਾ ਚਾਹੁੰਦੇ ਆ। ਇਹ ਕੋਈ ਆਪਾਂ ਕੋਈ ਬੁਜ਼ਦਿਲੀ ਵਾਲਾ ਤੁਸੀਂ ਰਾਹ ਕੀ ਬਣਾ ਰਹੇ ਹੋ ਕਿ ਜਾ ਕੇ ਸਰੂਪਾ ਪਾ ਕੇ ਗੱਲ ਠੰਡੀ ਕਰ ਦਿਓ? ਜੋ ਇਸ ਸਮੇਂ ਹੋ ਰਿਹਾ ਭਗਤ ਸਿੰਘ ਨੂੰ ਲੈ ਕੇ ਵੀ ਕਾਮਰੇਡ ਸੀ, ਸਿੱਖ ਸੀ, ਕੀ ਹੋਣਾ ਚਾਹੀਦਾ ਇਹ ਵਾਲੀ ਚੀਜ਼ਾਂ ਲੈ ਕੇ ਵੀ ਉਹ ਕਾਮਰੇਡ ਸੀ, ਉਸਨੇ ਕਿਤਾਬਾਂ ਪੜ੍ਹੀਆਂ ਸੀ ਹਿਸਟੋਰੀਕਲ, ਫਿਰ ਕਰਤਾਰ ਸਿੰਘ ਸਰਾਭਾ ਨੂੰ ਕਿਸ ਜਗ੍ਹਾ 'ਤੇ ਤੁਸੀਂ ਰੱਖੋਗੇ? ਦੇਖੋ, ਜਿਨ੍ਹਾਂ ਨੇ ਵੀ ਦੇਸ਼ ਦੀ ਆਜ਼ਾਦੀ 'ਚ ਯੋਗਦਾਨ ਪਾਇਆ ਉਹ ਸਾਰੇ ਮਹਾਨ ਸ਼ਹੀਦ, ਸਾਰੇ ਮਹਾਨ ਸਨ। ਉਹ ਜਿਹੜੀ ਵੀ ਵਿਚਾਰਧਾਰਾ ਤੋਂ ਆਉਂਦਾ ਸੀ, ਆਪਾਂ ਇਹ ਤਾਂ ਨਹੀਂ ਨਾ ਕਹਿ ਸਕਦੇ ਇਸੇ ਚੀਜ਼ ਕਰਕੇ ਤਾਂ ਤੁਹਾਡੇ ਤੇ ਅੰਗਰੇਜ਼ ਤੇ ਮੁਗਲ ਰਾਜ ਕਰ ਗਏ। ਇਸੇ ਚੀਜ਼ ਨੂੰ ਅਖੰਡ ਕਿਹਨੇ ਕੀਤਾ? ਦਸਮ ਪਾਤਸ਼ਾਹ ਨੇ। ਜਦੋਂ ਹਿੰਦੂਆਂ ਨੂੰ ਲਤਾੜਿਆ ਗਿਆ, ਹਿੰਦੂ ਭਾਈਆਂ ਦੀ ਭੈਣਾਂ ਨੂੰ, ਮਾਵਾਂ ਨੂੰ ਚੱਕਿਆ ਗਿਆ,
ਉਹ ਬੇਸ਼ੱਕ ਗਿਣਤੀ 'ਚ ਜ਼ਿਆਦਾ ਸੀ, ਉਹ ਕਿਉਂ ਜਵਾਬ ਨਹੀਂ ਦੇ ਸਕੇ? ਕਿਉਂਕਿ ਕੋਈ ਕਹਿੰਦਾ ਜੀ ਇਹ ਛੋਟੀ ਜਾਤੀ ਦਾ, ਕੋਈ ਇਹ ਹੈ ਸਿਰਫ ਛਤਰੀ ਲੜਦੇ ਹੈ, ਇਹ ਚੀਜ਼ਾਂ 'ਚ ਹੀ ਰਹਿ ਗਏ ਕਿ ਕੋਈ ਆਹ ਸੋਚਦਾ ਉਹ ਸੋਚਦਾ ਹੈ ਜੀ। ਇਹੀ ਚੀਜ਼ਾਂ ਖਤਮ ਕਰਕੇ ਦਸਾਂ ਪਾਤਸ਼ਾਹ ਨੇ ਮਾਨਸ ਕੀ ਜਾਤ ਸਾਰੀ ਇੱਕੋ ਕਰਤੀ, ਠੀਕ ਹੈ ਨਾ। ਅੰਮ੍ਰਿਤ ਛਕਾ ਕੇ ਸਾਰਿਆਂ ਨੂੰ ਖਾਲਸਾ ਬਣਾਇਆ ਤੇ ਸਾਰਿਆਂ ਨੇ ਆਪਾਂ ਮੁਕਾਬਲਾ ਕੀਤਾ ਤੇ ਆਪਾਂ ਆਜ਼ਾਦੀ ਤੱਕ ਪਹੁੰਚੇ। ਹੁਣ ਜੇ ਤੁਸੀਂ ਐਂ ਕੱਢਣ ਲੱਗ ਜਾਓ ਕਿ ਕੋਈ ਕੀ ਹੈ ਕੋਈ ਕੀ ਹੈ, ਉਹਦੇ ਤਾਂ ਫਿਰ ਕੋਈ ਐਂਡ ਹੀ ਨਹੀਂਗਾ। ਉਹ ਕੌਣ ਕਿੱਥੋਂ ਆਉਂਦਾ ਕਿੱਥੋਂ ਨਹੀਂ ਆਉਂਦਾ, ਐਵੇਂ ਮਾਨ ਸਾਹਿਬ ਤੇ ਬੋਲਣ ਲੱਗ ਜਾ। ਮਾਨ ਸਾਹਿਬ ਦਾ ਜਿਹੜਾ ਪਿਛੋਕੜ ਹੈ, ਸਰਾਏ ਨਾਗੇ ਸਨ ਮਾਨ ਸਾਹਿਬ, ਇਹ ਸਾਰਿਆਂ ਨੂੰ ਪਤਾ ਹੈ। ਨਿਹੰਗਾਂ ਨੂੰ ਸ਼ਹੀਦ ਕੀਤਾ ਉੱਥੇ ਇਹਨਾਂ ਨੇ ਗੋਲੀ ਮਾਰ ਕੇ, ਆਪ DSP FIR ਰਜਿਸਟਰਡ ਹੈ, 4 ਸਿੰਘਾਂ ਨੂੰ ਮਾਰਿਆ ਇਹਨਾਂ ਨੇ ਉੱਥੇ, FIR ਰਜਿਸਟਰਡ ਹੈ। ਹੁਣ ਇਸ ਚੀਜ਼ ਦਾ ਤਾਂ ਐਂਡ ਹੀ ਨਹੀਂ ਜੇ ਪਿਛੋਕੜ ਦੇਖੀ ਚੱਲੋ ਤੁਸੀਂ। ਪਰ ਤੁਸੀਂ ਦੇਖੋ ਕਿ ਮੌਕੇ ਤੇ ਬੰਦਾ ਕੀ ਫੈਸਲਾ ਲੈਂਦਾ। ਕੌਮ ਬਖਸ਼ਣਹਾਰ ਹੈ। ਮੈਂ ਮਾਨ ਸਾਹਿਬ ਨੂੰ ਕਹੂੰਗਾ ਹਜੇ ਵੀ ਕੁਝ ਨਹੀਂ ਵਿਗੜਿਆ। ਤੁਸੀਂ ਇੱਕਦਮ ਉੱਥੇ ਜਾ ਕੇ ਦਿੱਲੀ ਦਾ ਪਾਣੀ ਪੀ ਕੇ ਤੁਹਾਨੂੰ ਪਤਾ ਨਹੀਂ ਕੀ ਹੋ ਗਿਆ, ਇੱਕਦਮ ਬੁਖਲਾਹਟ 'ਚ ਆ ਗਏ ਹੋ ਕਿ ਮੇਰਾ ਸਾਂਢੂ 2 ਵਾਰ ਮੁੱਖ ਮੰਤਰੀ ਬਣ ਗਿਆ ਕੈਪਟਨ ਅਮਰਿੰਦਰ, ਮੇਰਾ ਪਤਾ ਨਹੀਂ ਕਿੰਨਾ ਕੁ ਟਾਈਮ ਹੈ, ਮੈਂ ਵੀ ਕੁਛ ਨਾ ਕੁਛ ਬਣ ਜਾ। ਉਹਦੀ ਚਮਚਾ ਮੇਰੀ ਮਾਰ ਲਈ, ਕਦੇ ਕਦੇ ਉਹਦੀ ਚਮਚਾਗਿਰੀ ਮਾਰ ਲਈ। ਤੁਸੀਂ ਇਹੋ ਜਿਹਾ ਕੰਮ ਨਾ ਕਰੋ। ਤੁਸੀਂ ਸਿੱਖ ਕੌਮ ਤੁਹਾਡੇ ਤੇ ਬਹੁਤ ਕੁਛ ਆਸਾਂ ਲਈ ਬੈਠੀ ਹੈ, ਤੁਸੀਂ ਇੰਨਾ ਇੱਕਦਮ ਨਾ ਯੂਟਰਨ ਮਾਰੋ। ਇੱਕ ਆਖਰੀ ਕਮੈਂਟ ਕਰਨਾ, ਮੇਰਾ ਇੱਕ ਆਖਰੀ ਸਵਾਲ ਹੈ ਕਿ ਹੁਣ ਸਿਮਰਜੀਤ ਮਾਨ ਖਾਲਸਾ ਦੇ ਸਟੈਂਡ ਤੇ ਕਾਇਮ ਰਹਿਣਗੇ ਜਾਂ ਜਿਨ੍ਹਾਂ ਨੇ ਅਖੰਡਤਾ ਦੀ ਸਹੁੰ ਚੁੱਕੀ ਹੈ ਸਿਮਰਜੀਤ ਮਾਨ ਨੇ, ਉਸ ਭਾਰਤ ਸੰਵਿਧਾਨ ਦੇ ਹੇਠਾਂ ਚੱਲਣਗੇ? ਬਾਈ ਜੀ, ਮੇਰਾ ਸਾਰਾ ਮੁੱਦਾ ਅੱਜ ਦਾ ਤੇ ਸਵਾਲ ਹੀ ਇਹ ਹੈ। ਇਹੀ ਸਵਾਲ ਲੈਣ ਤਾਂ ਮੈਂ ਇੱਥੇ ਤੱਕ ਆਇਆ ਜਵਾਬ। ਤੁਸੀਂ ਮੈਨੂੰ ਸਵਾਲ ਨਾ ਕਰੋ। ਤੁਸੀਂ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ? ਚਲੋ ਇਸੇ ਤੇ ਆ ਜਾਂਦੇ ਆਪਾਂ। ਤੁਸੀਂ ਨੌਜਵਾਨਾਂ ਨੂੰ ਕਹਿੰਦਾ ਕਿ ਮੇਰੇ ਮਗਰ ਨਾ ਲੱਗੋ। ਮੈਂ ਨਹੀਂ ਕਹਿੰਦਾ ਮੇਰੇ ਮਗਰ ਲੱਗੋ, ਮੇਰੀ ਗੱਲ 'ਚ ਯਕੀਨ ਕਰੋ। ਆਹ ਤੱਥ ਨੇ, ਗੂਗਲ ਫੋਨ ਸਾਰਿਆਂ ਕੋਲ ਹੈ, ਤੱਥ ਦੇਖੋ ਕੀ ਹੈ, ਸੱਚਾਈ ਕੀ ਹੈ। ਮਾਨ ਸਾਹਿਬ ਨੂੰ ਮੌਕਾ ਆਪਾਂ ਦਿੱਤਾ ਹੈ, ਮਾਨ ਸਾਹਿਬ ਨੂੰ ਫੇਰ ਕਹੋ। ਮੈਂ ਨਹੀਂ ਕਹਿੰਦਾ ਸਿਰੇ ਤੋਂ ਹੀ ਨਕਾਰ ਦਿਓ, ਉਹਨਾਂ ਨੂੰ ਕੋਈ ਬੇਨਤੀ ਕਰੋ ਕਿ ਮਾਨ ਸਾਹਿਬ ਸੁਧਰ ਜਾਓ। ਇੱਕ ਵਾਰ ਤਾਂ ਆਪਾਂ ਨੂੰ ਮੌਕਾ ਫੇਰ ਦੇਣਾ ਚਾਹੀਦਾ ਇਹਨਾਂ ਨੂੰ। ਉਹ ਤੋਂ ਬਾਅਦ ਗਾਂ ਫਿਰ ਹੋਏਗਾ ਸੋ ਜੋ ਕਰੂਗਾ ਖਾਲਸਾ ਪੰਥ ਮੀਆਂ। ਤੇ ਸਾਡੀ ਗੱਲ ਬਸ ਸੁਣੀ। ਸਾਡੇ ਨਾਲ ਗੁਰਜੀਤ ਸਿੰਘ ਤਲਵੰਡੀ ਮੌਜੂਦ ਸਨ। ਸਿਮਰਜੀਤ ਮਾਨ ਦੇ ਜਿਸ ਤਰੀਕੇ ਨਾਲ ਬਿਆਨ ਉੱਤੇ ਹੁਣ ਲਗਾਤਾਰ ਵਿਵਾਦ ਭਖਿਆ ਹੋਇਆ ਤੇ ਪ੍ਰੈਸ ਕਾਨਫਰੰਸ ਕਰਕੇ ਤਸਵੀਰਾਂ ਦੇ ਨਾਲ ਦੱਸਦੇ ਨੇ ਕਿ ਸਿਮਰਜੀਤ ਮਾਨ ਨੇ ਕਿਵੇਂ ਸਹੁੰ ਚੁੱਕੀ ਹੈ ਤੇ ਦੂਜੇ ਪਾਸੇ ਕੀ ਹੁਣ ਸਿਮਰਜੀਤ ਮਾਨ ਮਾਫੀ ਮੰਗਣਗੇ। ਅੱਛਾ, ਇੱਕ ਆਖਰੀ ਸਵਾਲ ਕਿ ਮਾਫੀ ਮੰਗਣ ਸਿਮਰਜੀਤ ਮਾਨ ਕਿੰਨਾ? ਮੈਂ ਤਾਂ ਉਹੀ ਕਹਿ ਰਿਹਾ ਜੀ, ਮੇਰਾ ਮੁੱਦਾ ਹੀ ਸਾਰਾ ਇਹ ਹੈ ਕਿ ਕੌਮ ਤੋਂ ਮਾਫੀ ਮੰਗਣ, ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਜਾਣ ਕੇ, ਬੇਸ਼ੱਕ ਕਿਤੇ ਜਾਣ ਵੀ ਨਾ, ਖੜੇ ਮਾਫੀ ਮੰਗ ਲੈਣ, ਆਪਦੇ ਬਿਆਨ ਹੀ ਵਾਪਸ ਲੈ ਲੈਣ, ਮਾਫੀ ਵੀ ਨਾ ਮੰਗਣ। ਮੈਂ ਕੌਣ ਹੁੰਦਾ ਮਾਫੀ ਮੰਗਾਉਣ ਵਾਲਾ? ਉਮਰ 'ਚ ਮੇਰੇ ਤੋਂ ਵੱਡੇ ਨੇ। ਮੈਂ ਤਾਂ ਸਿਰਫ ਹੋਕਾ ਦੇਣ ਆਇਆ ਕਿ ਮਾਨ ਸਾਹਿਬ ਆਹ ਰਾਹ ਨਾ ਫੜੋ, ਸਾਡੇ ਨੂੰ ਤੁਹਾਡੇ ਤੇ ਬਹੁਤ ਆਸ ਹੈ।